ਐਰੀ ਬੋਲੀ ਝੋਟੀ ਨਹੀਂ ਜਿਹੜੀ ਦੇਖੀ ਤੂੰ ਇਹ ਜਿਹੜੀ ਬੋਲੀ ਹੈ ਠੀਕ ਹੋ ਗਈ ਹਾਂਜੀ ਇਹ ਪਹਿਲਾਂ ਨਹੀਂ ਤੇ ਬੜੀ ਸੋਹਣੀ ਮੈਨੂੰ ਲੱਗੀ ਤੇ ਸੋਹਣਾ ਹੀ ਆ ਤੇ ਲਿਬਾਸ ਤੇ ਸਾਰਾ ਕੁਝ ਅੱਛਾ ਉਹ ਮੈਨੂੰ ਉਹਦੇ ਨੌਕਰ ਨੇ ਦੱਸਿਆ ਕਹਿੰਦਾ ਇਹਨੇ ਬੇੜਾ ਕਰ ਛੜਿਆ। ਮੈਂ ਕੀ ਹੋਇਆ ਜੀ? ਕਹਿੰਦਾ ਭੈਣ ਚੋਂ ਗੜਾ ਪੈ ਗਿਆ। ਮੈਂ ਕਿਹਾ ਗੜਾ ਕਿਹੜੀ ਗੱਲ ਦਾ ਪਿਆ ਇਹਨੂੰ? ਮੈਂ ਜਿਸ ਇਹਨੂੰ ਦੇਖਿਆ ਮੈਂ ਗੜਾ ਕੀ ਹੁੰਦਾ ਜੇ? ਭਈ ਇਹ ਭੈੜੀ ਪੈ ਗਈ ਜੀ। ਅੱਛਾ ਠੀਕ ਹੀ ਨਹੀਂ ਤੂੰ ਵਪਾਰੀ ਨੂੰ ਡੰਗਰ ਜਿਸ ਭੈੜਾ ਪੈ ਜਾਂਦਾ ਉਹਦੇ ਤੋਂ ਆਣ ਕੇ ਖਿੱਚ ਖਾ ਜਾਂਦਾ। ਠੀਕ ਹੈ। ਮੈਂ ਉੱਥੇ ਵਾਹ ਬੰਦੇ ਬੈਠਾ ਮੈਂ ਆਖਿਆ ਹਾਂਜੀ ਮੈਂ ਹਾਈ ਸਾਹਿਬ ਇੱਕ ਕੰਮ ਕਰੋ ਅੱਜ। ਮੈਂ ਜਿਹੜੀ ਭੈੜੀ ਨਾ ਪੂਰੀ ਤਰੰਡੀ ਚ ਉਹ ਦੇ ਦੂੰ। ਹਾਂ ਕਹਿਣ ਲੱਗਾ ਹੈ ਕਹਿੰਦਾ ਮੈਂ ਇੱਕ ਗੱਲ ਹੀ ਮੈਂ ਪੁੱਛਣਾ ਨਹੀਂ ਤੂੰ ਮੈਨੂੰ। ਕਹਿਣ ਲੱਗਾ ਜਾ ਯਾਰ ਮੈਂ ਹੀ ਹੋਈ। ਉਹਨੇ ਸਵੇਰੇ ਮੈਨੂੰ ਮਿਲ ਲਗਾਈ ਭੇਜ ਛੱਡੀ। ਮੈਂ ਤੇ ਤੁਹਾਨੂੰ ਕੋਈ ਕਿਲੋ ਸਵੇਰੇ ਤੇ 1.5 ਕਿਲੋ ਸ਼ਾਮ। ਅੱਛਾ ਮੈਨੂੰ ਘਰ ਦੇ ਵੀ ਲੱਗੇ ਕਹਿਣ ਤੇਰੀਆਂ ਅੱਖਾਂ ਮਟੋਈਆਂ ਹਨ। ਮੈਂ ਕਿਹਾ ਜਿਸ ਚੀਜ਼ ਦਾ ਤੁਹਾਨੂੰ ਨਹੀਂ ਪਤਾ ਤੁਸੀਂ ਚੁੱਪ ਚੁੱਪ ਕਰੋ। ਮੈਂ ਅੱਲਾ ਖੈਰ ਕਰੇ ਇਹਨੂੰ ਮੈਂ ਜਿਹੜਾ ਨਾ ਸਵੇਰੇ ਸ਼ੱਕਰ ਤੇ ਦਹੀਂ ਸ਼ਾਮ ਨੂੰ ਪਿੱਛ ਤੇ ਸ਼ੱਕਰ ਤੇ ਪਿੱਛ। ਅੱਛਾ ਇਹਨੂੰ ਮੈਂ ਜਿਹੜਾ ਨਾ ਫਿਰ ਇਹਨੂੰ ਮੈਂ ਦੁੱਧ ਮਿਸ਼ਰੀ ਇਹਨੂੰ ਮੈਂ ਜਿਸ ਦੇ ਕੋਈ ਇਹਦੇ ਅੰਦਰ 30 ਕਿਲੋ ਮਾਲ ਗਿਆ ਨਾ ਮਹੀਂ ਦੇ ਅੰਦਰ। ਅੱਛਾ ਅੱਲਾ ਖੈਰ ਕਰੇ ਝੋਟੀ ਆਈ ਹੈ ਮੇਰੀ 8 ਸੇਰਾਂ ਦੀ। ਮੈਂ ਕਿਹਾ ਚਲੋ ਜ਼ਬਰਦਸਤ ਜ਼ਬਰਦਸਤ। ਅੱਛਾ ਇਹ ਤੁਸੀਂ ਗੱਲ ਤੁਹਾਡੀ ਮੈਂ ਕਟਾਂਗਾ ਜਿਹੜਾ ਡੰਗਰ ਦੁੱਧ ਛੱਡ ਜੇ ਯਾਨੀ ਦੁੱਧ ਮੁਕਾਈਏ ਆਪਣੇ ਥੱਲੇ ਇਹ ਉਹਦਾ ਤੁਸੀਂ ਇਲਾਜ ਕੀਤਾ? ਇਹਦਾ ਇਲਾਜ ਇਹ ਸੀ ਕਿ ਇਹਨੂੰ ਪੱਕੀਆਂ ਮੰਡੀਆਂ ਜਿਸ ਡਾਕੇ ਦੀ ਮਾਰ ਪਈ ਹੈ ਨਾ ਦੁੱਧ। ਅੱਛਾ ਡੱਕਿਆ ਉਹਨੂੰ ਕਿਉਂਕਿ ਵਪਾਰੀ ਢੱਕ ਲੈਂਦੇ ਨੇ। ਹਾਂ ਦੋ ਮੈਂ ਹੀ ਪੱਕੇ ਦੁੱਧ ਵਿੱਚ ਹਾਂ ਦੇ ਅੰਦਰ ਪੈ ਗਿਆ ਸਾੜ। ਅੱਛਾ ਅੱਛਾ ਸਾੜ ਜਿਹਦੇ ਪੈ ਗਿਆ ਜਿਹੜੇ ਦੁੱਧ ਵਾਲੀਆਂ ਲਫ਼ਜ਼ਾਂ ਹਨ ਜਿਹੜੀਆਂ ਉਹ ਜੰਮ ਗਈਆਂ ਉਹ ਫਿਰ ਦੁੱਧ ਨੇ ਪਿੱਛ ਨੇ ਸ਼ੱਕਰ ਨੇ ਠੰਡ ਪਾਈਏ ਦਹੀਂ ਸ਼ੱਕਰ ਨੇ ਠੰਡ ਪਾਈਏ ਨਾਲ ਦੁੱਧ ਦਿੱਤਾ ਨਾਲ ਦਹੀਂ ਦਿੱਤਾ ਇਹਨੂੰ ਦੁੱਧ ਨਾਲ ਦੁੱਧ ਇਹਦਾ ਬਣਿਆ। ਤੇ ਇਹ ਸਾਰਾ ਮਟੀਰੀਅਲ ਇੱਕ ਹੀ ਦਿਨ ਦੇ ਖੜਿਆ? ਨਹੀਂ 20 ਦਿਨ ਲਗਾਤਾਰ ਮੈਂ ਇਲਾਜ ਕੀਤਾ ਇਹਦਾ। ਤੂੰ ਨਾਲ ਨਾਲ ਚਾਹ ਵੀ ਪੀਣੀ? ਠੀਕ ਹੈ ਨੀ 20 ਦਿਨ ਇਹਦਾ ਇਲਾਜ ਕਰਕੇ ਤੇ ਫਿਰ ਮੈਨੂੰ ਪਿਛਾ ਕੀਤਾ। ਫਿਰ ਅੱਲਾ ਕਰੇ ਤੇ ਮੈਨੂੰ ਇੱਕ ਦਿਨ ਐਵੇਂ ਲੱਸ ਜੀ ਸਹੀ ਹੋਈ ਹੈ। ਮੈਂ ਆਖਿਆ ਉਹ ਇਹਦੇ ਅੰਦਰ ਰੱਟਾਂ ਨੇ ਭੈਣੀ ਜਾਵੀ। ਫਿਰ ਮੈਨੂੰ ਕਰਕੇ ਨਾ ਘਿਓ ਗਰਮ ਅੱਛਾ ਵਿੱਚ ਪਾਇਆ ਚਿੱਟਾ ਜੀਰਾ ਵਿੱਚ ਪਾਇਆ ਕਿਲੋ ਗੁੜ। ਅੱਛਾ ਉਹਦਾ ਫਿਰ ਮੈਂ ਕਾੜਾ ਬਣਾ ਕੇ 8-10 ਨਾਲਾਂ ਮੈਨੂੰ ਇਕੱਠੀਆਂ ਦਿੱਤੀਆਂ ਇੱਕੋ ਦਿਨ। ਅੱਛਾ ਇਹਨੇ ਅੱਲਾ ਖੈਰ ਕਰੇ ਦੂਸਰੇ ਦਿਨ ਫਿਰ ਲੱਗੀ ਹੈ ਭੈਣ ਝੋਟਾਂ ਸੁੱਟਣ ਨਹਿਰਾਂ ਵਗਾ ਖੜੀਆਂ 1.5 ਮਹੀਨੇ ਬਾਅਦ ਜਾ ਕੇ। ਅੱਛਾ ਇਹੋ ਹੀ ਮੈਂ ਫਿਰ ਅੱਲਾ ਕੀਤੇ 12-13 ਸਾਲਾਂ ਦੀ ਝੋਟੀ ਆਈ ਹੈ। ਫਿਰ ਥੋੜ੍ਹਿਆਂ ਦਿਨਾਂ ਬਾਅਦ ਆ ਸੋਰ ਵੀ ਗਈ ਹੈ। ਜੇ ਲਿਆ ਸੋਰ ਗਈ ਫਿਰ ਮੈਂ ਇਹਨੂੰ ਛੱਡਿਆ। ਸਹੀ ਹੋ ਗਿਆ। ਮੈਂ ਹੁਣ ਇਹ ਤੂੰ ਇਲਾਜ ਕੀਤਾ? ਇਲਾਜ ਕੀਤਾ ਇਹਦਾ ਅੱਲਾ ਕੀਤਾ ਤੇ ਹੁਣ ਮੇਰੇ ਕੋਲ 7ਵੇਂ-6ਵੇਂ ਸੂਈ ਦੀ ਹੈ। ਕੀ ਬਾਤ ਕੀ ਬਾਤ। ਅੱਛਾ ਚਾਚਾ ਸ਼ਬੀਰ ਇਹ ਤਾਂ ਤੁਸੀਂ ਇਲਾਜ ਕਰ ਲਿਆ ਕਿ ਜਿਹੜੀ ਮੱਝ ਉਹਨੂੰ ਡਾਕੇ ਲੱਗੇ ਹਨ ਉਂਝ ਕੋ ਮੱਝ ਦੁੱਧੋਂ ਘਟ ਜਾਏ ਤਾਂ ਕੀ ਇਲਾਜ ਕਰੀਏ? ਭਾਜੀ ਉਹ ਤਾਂ ਦੇਖਣਾ ਪੈਂਦਾ ਜਿਹੜਾ ਬੰਦਾ ਚੋਣ ਵਾਲਾ ਹੋਏਗਾ ਨਾ ਉਸ ਬੰਦੇ ਨੂੰ ਪਤਾ ਲੱਗ ਜਾਏਗਾ ਬਈ ਇਹਨੇ ਕੀ ਕੀਤਾ ਕੀ ਨਹੀਂ ਕੀਤਾ ਇਹਨੂੰ ਕਿਹੜੀ ਚੀਜ਼ ਚੰਗੀ ਲੱਗੇ ਕਿਹੜੀ ਮਾੜੀ ਲੱਗੇ। ਸਾਨੂੰ ਇੱਕ ਬੰਦੇ ਨੇ ਕਿਹਾ ਜੀ ਮੱਝ ਲਿਆਂਦੀ ਸੀ ਮੱਝ ਦੁੱਧ ਸਹੀ ਦਿੰਦੀ ਸੀ ਅਚਾਨਕ ਹੀ ਮੱਝ ਜਿਹੜੀ ਇਹਨਾਂ ਦੁੱਧ ਘਟਾਉਣ ਲੱਗ ਪਈ ਕੁਝ ਸਮਝ ਨਹੀਂ ਆਈ ਸਾਨੂੰ। ਅੱਛਾ ਉਹ ਫਿਰ ਕੀ ਹਿਸਾਬ ਹੋ ਸਕਦਾ? ਉਹਦੇ ਚ ਹੋ ਸਕਦਾ ਕੋਈ ਜਰਾਸੀਮਾ ਨੇ ਅੰਦਰ ਉਹਦੇ ਹਮਲਾ ਕੀਤਾ ਹੋਏ ਲੋਕ ਦਵਾਈ ਨਹੀਂ ਦਿੱਤੀ ਹੋਣੀ। ਇੱਕ ਬੰਦੇ ਨੇ ਡੰਗਰ ਨੂੰ ਪਿਲਾਣੀ ਚਾਹੀਦੀ ਹੈ। ਅੱਛਾ ਕਿਹੜੀ? 3 ਮਹੀਨਿਆਂ ਬਾਅਦ ਨੈਲ ਜੀ ਦਵਾ ਨਹੀਂ ਜਿਹੜੀ ਕੀੜਿਆਂ ਨੈਲਜਨ ਇਹ ਦਵਾ ਡੰਗਰ ਨੂੰ ਪਿਲਾਣੀ ਚਾਹੀਦੀ ਹੈ 3 ਮਹੀਨਿਆਂ ਬਾਅਦ 6 ਜਿਹੜੇ ਡੰਗਰ ਬਾਹਰ ਫਿਰਦੇ ਨੇ ਨਾ ਉਹਨਾਂ ਡੰਗਰਾਂ ਨੂੰ 3 ਮਹੀਨਿਆਂ ਬਾਅਦ ਚਾਹੀਦੀ ਹੈ। ਕਿਉਂਕਿ ਜੜੀ ਬੂਟੀ ਕੋ ਗੰਦੀ ਖਾ ਲੈਂਦੇ ਨੇ। ਬਿਲਕੁਲ ਕਿਉਂਕਿ ਉਹਨਾਂ ਚਰਨਾ ਥੱਲੇ ਮਿੱਟੀ ਨਾਲ ਹੀ ਜਿਹੜੇ ਘਰ ਬਜੇ ਉਹਨਾਂ ਨੂੰ 6 ਮਹੀਨਿਆਂ ਬਾਅਦ ਲਾਜ਼ਮੀ ਦਵਾ ਦੇਣੀ ਚਾਹੀਦੀ ਹੈ। ਇਹ ਤਾਂ ਬੜੀ ਜ਼ਬਰਦਸਤ ਸਕੀਮ ਦੱਸੀ ਹੈ। ਠੀਕ ਹੈ। ਅੱਛਾ ਸਾਨੂੰ ਇੱਕ ਬੰਦੇ ਨੇ ਕਿਹਾ ਉਹਨੇ ਕਿ ਜੀ ਅਸੀਂ ਮੱਝ ਜਿਹੜੀ ਹੈ ਨਾ ਦੁੱਧ ਛੱਡ ਦਿੰਦੀ ਹੈ ਅਸੀਂ ਫਿਰ ਉਹਨੂੰ ਸਟਮਕ ਪਾਊਡਰ ਦਿੰਦੇ ਆ ਨਾਲ ਕੋਈ ਉਹਨੂੰ ਸ਼ੈਮਾ ਦਿੰਦੇ ਆ ਤੇ ਉਹ ਨਾਲ ਹੀ ਠੀਕ ਹੋ ਜਾਂਦੀ ਹੈ। ਹਾਂਜੀ ਉਹ ਨਿੰਬੂ ਸ਼ੰਬੂ ਕੱਟ ਕੇ ਕੋਰ ਦਹੀਂ ਸ਼ਹੀਂ ਕੋ ਦਿੰਦੇ ਹੋਣੇ ਨੇ। ਬਿਲਕੁਲ ਉਹਨਾਂ ਕਿਹਾ ਜੀ ਸਟਮਕ ਪਾਊਡਰ ਜਦੋਂ ਨਿਆ ਤੇ ਮੱਝ ਫਿਰ ਦੁੱਧ ਤੇ ਆਈ ਜਾਂਦੀ ਹੈ 3-4 ਦਿਨ ਫਿਰ ਦੁੱਧ ਦਿੰਦੀ ਹੈ ਫਿਰ ਘਟਾਈ ਜਾਂਦੀ ਹੈ। ਉਹ ਕੀ ਬਿਮਾਰੀ ਉਹਨੂੰ ਲੱਗ ਗਈ? ਉਹਦੀ ਇਹ ਬਿਮਾਰੀ ਕਿ ਅੰਦਰੋਂ ਜਰਾਸੀਮ ਨਹੀਂ ਖਤਮ ਹੋ ਜਾਂਦੇ ਸਹੀ। ਜਦੋਂ ਅੰਦਰੋਂ ਜਰਾਸੀਮ ਉਹਦੇ ਸਹੀ ਖਤਮ ਹੋ ਜਾਣਗੇ ਫਿਰ ਮੈਂ ਆਪਣੇ ਤੋਲੇ ਚ ਕਿਸ ਤਰ੍ਹਾਂ ਫਿਰ ਜਰਾਸੀਮ ਖਤਮ ਕਰੀਏ? ਉਹ ਫਿਰ ਐਸੇ ਦਵਾਈ ਦਾ ਕੰਮ ਹੈ ਕਿ ਅੱਜ ਦਿੱਤੀ ਹੈ ਨਾ ਮੁੱਢ ਠੀਕ 15 ਦਿਨਾਂ ਬਾਅਦ ਉਹ ਦੇਣੀ ਚਾਹੀਦੀ। 2 ਵਾਰੀਆਂ ਦੇਣੀ ਚਾਹੀਦੀ ਲਗਾਤਾਰ। ਅੱਛਾ ਅਗਰ ਅੱਜ ਦਿੱਤੀ ਹੈ ਨਾ ਮੁੱਢ 15 ਦਿਨਾਂ ਨੂੰ ਉਹੀ ਦਵਾਈ ਜਿਹੜੀ ਉਹ ਦੇਣੀ ਚਾਹੀਦੀ। ਠੀਕ ਹੈ। ਸਭ ਤੋਂ ਜ਼ਿਆਦਾ ਲੋਕ ਸਾਨੂੰ ਪੁੱਛਦੇ ਜੇ ਥਣਾ ਦੇ ਮਸਾਇਲ। ਸਭ ਤੋਂ ਪਹਿਲੇ ਸੁਣਿਓ ਕਿ ਚੰਦਰੀ ਹੋ ਗਈ ਹੈ। ਬਿਲਕੁਲ। ਫਿਰ ਆਂਦੇ ਨੇ ਜੀ ਮੀਟਕੀ ਹੋ ਗਈ ਹੈ। ਬਿਲਕੁਲ। ਨਾੜ ਆ ਗਈ ਹੈ। ਬਿਲਕੁਲ। ਧਾਰਾਂ ਬਰੀਕ ਹੋ ਗਈਆਂ ਨੇ ਫੁਹਾਰਾ ਬਣ ਗਿਆ ਗੱਲ ਵੱਡੀ ਹੋ ਗਈ ਹੈ। ਬਿਲਕੁਲ। ਜਾਂ ਉਹਦੇ ਚੁੰਝ ਜਿਹੜੀ ਉਹ ਖਰਾਬ ਹੋ ਗਈ ਮੂੰਹ ਸੜੀ ਜਿਹਨੂੰ ਕਹਿੰਦੇ ਨੇ। ਮੂੰਹ ਸੜੀ ਕਹਿੰਦੀ ਹੈ। ਇਸ ਜਿਹੜੇ ਸਾਰੀਆਂ ਮੈਂ ਗੱਲਾਂ ਤੁਹਾਨੂੰ ਪੁੱਛੀਆਂ ਨੇ ਤੇ ਕੋਈ ਇਲਾਜ ਦੱਸਿਓ। ਹਾਂ ਭਾਜੀ ਇਹਦਾ ਇਲਾਜ ਇਹੋ ਹੀ ਹੈ ਕਿ ਜਿਹੜਾ ਬੰਦਾ ਚੋਂਦਾ ਨਾ ਅਕਸਰ ਇਹ ਨਕਸਲੀ ਇਹ ਜਿਹੜੇ ਅਸੀਂ ਟੀਕੇ ਲਾਣੇ ਆ ਡੰਗਰਾਂ ਨੂੰ ਇਹ ਸਾਡੇ ਡੰਗਰਾਂ ਨੂੰ ਮਾਫਕ ਨੇ। ਇਹ ਲਾਣਾ ਵੀ ਨਹੀਂ ਚਾਹੀਦਾ। ਚਲੋ ਉਹਦੇ ਕੋਈ ਫਸਿਆ ਮਜਬੂਰੀ ਹੋਏ ਤੇ ਚਲੋ ਕੋਈ ਲਾ ਲਿਆ ਠੀਕ ਨਹੀਂ। ਇਹ ਜਦੋਂ ਅਸੀਂ ਡੰਗਰ ਦੀ ਬੇਇੱਜ਼ਤੀ ਕਰਨੇ ਆ ਨਾ ਅਸੀਂ ਪਰਖ ਨਹੀਂ ਸਕਦੇ ਕਿ ਇਹਨੂੰ ਵਡੇਵੇਂ ਦੀ ਖਾਲ ਚੰਗੀ ਲੱਭੇ ਜਾਂ ਕਰਾ ਲੱਭੇਗਾ ਚੰਗਾ ਠੀਕ ਨਹੀਂ। ਅਸੀਂ ਜਦੋਂ ਕੀ ਕਹਿੰਦੇ ਨੇ ਕਿ ਪਹਿਲਾਂ ਅਸਾਂ ਕਰਨਾ ਕੱਖ ਨਹੀਂ ਜਦੋਂ ਮਰਨ ਲੱਗਿਆ ਤੇ ਫਿਰ ਮੂੰਹ ਨਾਲ ਘਿਓ ਤੁਰਨਾ ਹੈ ਠੀਕ ਹੈ ਨਹੀਂ। ਉਹ ਨਹੀਂ ਯਾਰ ਭਲਾ ਉਹਦੇ ਟਾਈਮ ਦੀ ਕੀਤੀ ਹੁੰਦੀ ਤੇ ਅੱਜ ਕਿਉਂ ਤੇ ਪਹਿਲੇ ਸੂਏ ਚ ਉਹਨੇ ਘਿਓ ਕੋ 2-3 ਸਿਰ ਖਾਦਾ ਹੁੰਦਾ ਸੂਣ ਤੋਂ ਪਹਿਲਾਂ ਤੇ ਫਿਰ ਅਗਰ ਸੂਆ ਜਿਹੜਾ ਇਹਨੂੰ ਡੱਟ ਕੇ ਲੱਗਦਾ। ਠੀਕ ਹੋ ਗਿਆ। ਠੀਕ ਹੈ ਕਿ ਨਹੀਂ। ਉਹਨੂੰ ਦੇਣਾ ਕੱਖ ਨਹੀਂ ਜੇ ਕਹਿਣਾ ਜੀ ਸਾਡੇ ਆ ਮੀਟਗੀ ਹੋ ਗਈ ਫਲਾਣ ਹੋ ਗਿਆ ਢੀਂਗ ਹੋ ਗਿਆ ਫਿਰ ਉਹਦੇ ਜਿਹੜਾ ਨਾ ਉਹ ਡਾਕਟਰ ਵੀ ਆਣਗੇ ਪੈਸੇ ਲੈਣਗੇ ਟੀਕਾ ਲਾਣਗੇ ਫਿਰ ਕੋਈ ਨਹੀਂ ਠੀਕ ਹੈ। ਤੇ ਜਿਹੜੀ ਗੱਲ ਵੱਡੀ ਹੋ ਜਾਂਦੀ ਉਹ
ਗੱਲ ਵੱਡੀ ਜਦੋਂ ਹੁੰਦੀ ਹੈ ਅਕਸਰ ਇਹ ਗੱਲ ਹੈ ਕਿ ਜਦੋਂ ਡੰਗਰ ਝੋਨੇ ਆ ਨਾ ਸੀ ਜਿਹੜੇ ਆ 2-4 ਦਿਨ ਬੋਲੀ ਚ ਹੁੰਦਾ ਨਾ ਡੰਗਰ ਬੋਲੇ ਵਿੱਚ ਇਹ ਡੰਗਰ ਦੇ ਥਣ ਲਾਜ਼ਮੀ ਧੋਣੇ ਚਾਹੀਦੇ ਨੇ ਪਿੱਛੋਂ ਜਾਲ ਨੂੰ ਚੰਗਾ ਕੇ ਪਾਣੀ ਮਾਰ ਕੇ ਥਣ ਧੋਣੇ ਚਾਹੀਦੇ ਨੇ। ਠੀਕ ਹੈ ਠੀਕ ਕਿਉਂਕਿ ਉਹ ਬੋਲੀ ਦੀ ਕੋਈ ਲੇਸ ਐਸਾ ਨਹੀਂ ਹੁੰਦੀ ਹੈ ਕਿ ਕੋਈ ਡੰਗਰ ਦੇ ਜਿਹੜੇ ਨਾ ਉਹ ਫਿਰ ਰਹਿ ਜਾਂਦਾ ਥਣ ਦੇ ਨਾਲ ਫਿਰ ਉੱਥੋਂ ਚੰਬੜਦਾ ਪਹਿਲਾਂ ਤੇ ਉਹ ਫੁੱਟੇਗਾ ਫੁੱਟਣ ਤੋਂ ਬਾਅਦ ਜਿਹੜਾ ਨਾ ਉਹ ਗਲਵੱਡੀ ਦੀ ਸ਼ਕਲ ਬਣ ਜਾਂਦਾ। ਜਿਹੜਾ 4 ਤੇ 5 ਦਿਨ ਤਿਆਰ ਦਾ ਡੰਗਰਾਂ ਨੂੰ ਥਣ ਜਿਹੜੇ ਧੋ ਲੈਣੇ ਚਾਹੀਦੇ ਨੇ ਪਹਿਲਾਂ। ਤੇ ਜਿਹੜਾ ਸੂਦਕ ਹੋ ਜਾਂਦਾ ਉਹ ਸੂਦਕ ਜਿਹੜਾ ਨਾ ਸੂਦਕ ਹੈ ਅਸੀਂ ਲੋਕ ਉਸਦੇ ਕਰਨੇ ਆ ਲਾਲਚ ਬਹੁਤਾ ਅਸੀਂ ਕਹਿੰਦੇ ਜੀ ਮਹੀਨੇ ਬਾਲਟੀ ਭਰ ਛੜੀ ਦੁੱਧ ਦੀ ਕਦੇ ਵੀ ਨਹੀਂ ਪੂਰੀ ਨਹੀਂ ਚੋਣੀ ਸੂਈ ਮੈਨੂੰ ਕਦੇ ਪੂਰੀ ਨਹੀਂ। ਕਿੰਨੇ ਦਿਨ 3-4 ਦਿਨ ਉਹਦੀ ਤਿਆਰ ਕਰੋ ਪਹਿਲੇ ਦਿਨ ਤੋਂ ਅੱਧੀ ਚੋ ਲਓ। ਅੱਛਾ ਅੱਧੀ ਵਿੱਚ ਉਹ ਬਸ਼ਰਤੇ ਕੋਈ 2 ਕਿਲੋ ਕੱਢੋ ਤੇ ਉਹਨੂੰ ਭੋਲੀ ਕਰੋ ਫਿਰ ਕੋਈ 2 ਚੋ ਘੰਟਿਆਂ ਬਾਅਦ ਫਿਰ ਕੋਈ ਕਿਲੋ ਕਰ ਲਓ। ਠੀਕ ਹੈ ਨਹੀਂ ਜੇ ਆਖਣਾ ਯਕਲ ਸਮੇਂ ਮੈਂ ਸਾਰੀ ਚੋ ਗਏ ਤੇ ਫਿਰ ਉਹ ਮੈਨੂੰ ਸੂਦ ਭਾਵੇਂ ਜੋ ਮਰਜ਼ੀ ਕਰੋ ਫਿਰ ਸੂਦ ਹੋ ਜਾਂਦਾ ਮੈਂ ਚੋਣੀ ਨਹੀਂ ਚਾਹੀਦੀ। ਕਿੰਨੇ ਦਿਨਾਂ ਬਾਅਦ ਫਿਰ ਪੂਰੀ ਚੋਣ ਲੱਗ ਪਈ ਹੈ? ਚੌਥੇ ਦਿਨ ਤੋਂ ਬਾਅਦ ਚੋਦੀ ਪੂਰੀ ਲਾਪੇ ਚੋਂ ਦੂਸਰੇ ਦਿਨ ਪਹਿਲੇ ਦਿਨ ਥੋੜੀ ਘੱਟ ਹੋਏ ਦੂਸਰੇ ਦਿਨ ਜ਼ਿਆਦਾ ਹੋਇਆ ਤੀਸਰੇ ਦਿਨ ਚੌਥੇ ਦਿਨ ਫਿਰ ਅੱਗੋਂ ਜਿਵੇਂ ਦੁੱਧ ਬਣ। ਤੇ ਇਹ ਖੋਰ ਕਿਉਂ ਖਰਾਬ ਹੋ ਜਾਂਦਾ ਨਹੀਂ ਜਿਸਮ ਉਹਨਾਂ ਦਾ ਮਾਸ ਲੱਥਣ ਲੱਗ ਪੈਂਦਾ ਕਿਹਨਾਂ ਦਾ ਇਹਨਾਂ ਦਾ ਜਾਨਵਰਾਂ ਦਾ ਜਦੋਂ ਖੋਰ ਖਰਾਬ ਹੋ ਜਾਂਦੇ ਨੇ ਜਾਂ ਉਹਨਾਂ ਦੇ ਜਿਸਮ ਦਾ ਨਾ ਇੰਜ ਲੱਗਦਾ ਜਿਵੇਂ ਕੋਈ ਉਹਨਾਂ ਨੂੰ ਖੁਰਕ ਜੀ ਪਈ ਹੈ ਤੇ ਮਾਸ ਲੱਥਣ ਲੱਗ ਪੈਂਦਾ ਉਹ ਕੋਈ ਹੈ ਬਿਮਾਰੀ? ਸਿਰਫ ਪਰਾਲੀ ਦਾ ਕਮਾਲ ਜੇ ਖੋਰ ਦਾ। ਅੱਛਾ ਬਿਲਕੁਲ ਇਹ ਕੋੜ ਜਿਹੜੀ ਪੈਂਦੀ ਆ ਸਾਰੀ ਖੋਰ ਦਾ ਕਮਾਲ ਹੈ। ਇਹ ਪਰਾਲੀ ਤਾਂ ਹੁਣ ਚਾਚੂ ਜੀ ਇਹ ਵੇਖੋ ਨਾ ਕਿ ਸਾਰੀ ਫੋਲ ਕੇ ਤੇ ਨਹੀਂ ਖਵਾ ਸਕਦੇ ਜ਼ਾਹਰ ਥੋੜੀ ਬਹੁਤੀ ਵੇਖ ਲਾਂਗੇ ਤਾਂ ਉੱਲੀ ਲੱਗੀ ਹੈ ਫਿਰ ਉਹਦੇ ਨਾਲ ਤਿਆਰ ਵੀ ਕਰਨੀ ਪੈਂਦੀ ਨੇ ਗੁੜ ਗੰਡੇ ਮਿਰਚਾਂ ਦੇਣੀਆਂ ਠੀਕ ਹੈ ਇਹ ਅਸਲ ਗੱਲ ਹੈ। ਤੇ ਇਹ ਜਿਹੜੀਆਂ ਦਾਦੜ ਮਿਰਚਾਂ ਨੇ ਨਾ ਇਹ ਡੰਗਰ ਨੂੰ ਦੇਣੀ ਚਾਹੀਦੀ ਨੇ ਸਿਆਲ ਦੇ ਵਿੱਚ। ਠੀਕ ਹੈ ਜਦੋਂ ਖੋਰ ਸ਼ੋਰ ਪਾਣਾ ਹੋਏ ਨਾ ਇਹ ਦਾਦੜ ਮਿਰਚਾਂ ਜਿਹੜੀਆਂ ਨਾ ਅੱਧ ਪਾ ਜਿਹੜੀਆਂ ਨਾ ਠੀਕ ਹੈ ਇਹ ਡੰਗਰ ਨੂੰ ਖਵਾਏ। ਦੁੱਧ ਨੂੰ ਵਧਾਉਣਾ ਹੋਏ ਜਿਹੜਾ ਜਾਨਵਰ ਦੁੱਧ ਘਟਾਉਂਦਾ ਪਿਆ ਮਸਲਾ ਹੁਣ ਜਦੋਂ ਤੇ ਮੱਝ ਹੁੰਦੀ ਹੈ ਨਾ ਸਜਰੀ ਉਹਦੇ ਵੱਲ ਦੁੱਧ ਦਿੰਦੀ ਹੈ ਤੇ ਜਨਾਬ ਸਾਡੇ ਜਿਹੜੇ ਫਾਰਮਰ ਨੇ ਬੜੀਆਂ ਟਾਰਾ ਮਾਰਦੇ ਨੇ ਨਾਰੇ ਮਾਰਦੇ ਨੇ ਲੇਕਿਨ ਜਦੋਂ ਦੁੱਧ ਘਟਾਉਣ ਲੱਗ ਪੈਂਦੀ ਨਾਲ ਹੀ ਰੋਣ ਲੱਗ ਪੈਂਦੇ ਨੇ। ਨਹੀਂ ਫਿਰ ਰੋਣਾ ਨਹੀਂ ਚਾਹੀਦਾ ਫਿਰ ਉਹਨਾਂ ਦੀ ਪਿੱਛੋਂ ਖੁਰਾਕ ਪੂਰੀ ਕਰਨੀ ਚਾਹੀਦੀ ਫਿਰ ਉਹ ਕਿਸ ਤਰ੍ਹਾਂ ਉਹਦੀ ਲਾਮ ਕਿਸ ਤਰ੍ਹਾਂ ਵਧਾਈਏ? ਲਾਮ ਉਹਦੀ ਆਈ ਕਿ ਉਹਨੂੰ ਜਿਹੜਾ ਨਾ ਉਹਦੀ ਖੁਰਾਕ ਵਿੱਚ ਫਰਕ ਪਾਉਣਾ ਚਾਹੀਦਾ ਉਹਨੂੰ ਦੇਖਣਾ ਚਾਹੀਦਾ ਅਗਰ ਉਹ ਹੋ ਗਈ ਹੈ ਨਵੇਂ ਦੁੱਧ ਫਿਰ ਉਹਨੂੰ ਜ਼ੋਰ ਨਹੀਂ ਲਾਣਾ ਫਿਰ ਉਹਨੂੰ ਕਹਿਣਾ ਠੀਕ ਹੈ ਜਿੰਨਾ ਦਿੰਦੀ ਵੀ ਉਹ ਠੀਕ ਹੈ। ਅਗਰ ਨਾ ਸੂਣ ਵਾਲੀ ਹੋਏ ਫਿਰ ਉਹਦੀ ਜਿਹੜੇ ਨਾ ਖੁਰਾਕ ਦੇ ਮੁਤਾਬਕ ਉਹਨੂੰ ਜਿਹੜਾ ਨਾ ਉਹਨੂੰ ਢੋਰਨਾ ਪੈਂਦਾ ਜੇ ਉਹਨੂੰ ਤੇਲ ਦੀ ਲੋੜ ਹੈ ਤੇਲ ਦੇ ਜੇ ਉਹਨੂੰ ਘਿਓ ਦੀ ਲੋੜ ਹੈ ਉਹਨੂੰ ਘਿਓ ਦਿਓ ਠੀਕ ਹੈ। ਵੰਡਾ ਜੇ ਕੋੜੀ ਖਾਲ ਚੰਗੀ ਲੱਗਦੀ ਹੈ ਕਰਾ ਲੱਗਦਾ ਕਿਹੜੀ ਸ਼ੈ ਲੱਗਦੀ ਹੈ ਉਸ ਹਿਸਾਬ ਨਾਲ ਫਿਰ ਉਹਨੂੰ ਬੰਦਾ ਕਰੇ। ਠੀਕ ਹੋ ਗਿਆ। ਤੇ ਅਗਰ ਖੁਦਾ ਨਾ ਖਾਸਤਾ ਕੁਛ ਮੱਝਾਂ ਹੁੰਦੀਆਂ ਨੇ ਉਹਦੇ ਅੱਖਾਂ ਦੇ ਵਿੱਚੋਂ ਪਾਣੀ ਨਿਕਲਦਾ ਜਾਂ ਗਿੱਦਾਂ ਬਣ ਜਾਂਦੀਆਂ ਨੇ ਉਹ ਕੀ ਵਜ੍ਹਾ ਹੁੰਦੀ? ਉਹ ਬਾਜੀਆਂ ਤੇ ਗਰਮੀ ਨਾ ਕਰਦੀਆਂ ਭਾਈ ਠੀਕ ਹੈ ਉਹ ਦੇਖ ਲਓ ਅਗਰ ਜੇ ਨਾ ਉਹ ਪੀਲੀ ਗ੍ਰਿਡ ਜੇ ਤਾਂ ਸਫੈਦ ਫਿਰ ਉਹ ਸਮਝੋ ਕੋਈ ਬਾਈ ਪਾਤੀ ਦੀ ਠੀਕ ਹੈ ਜੇ ਪੀਲੇ ਰੰਗ ਦੀ ਫਿਰ ਉਹ ਸਮਝੋ ਗਰਮੀ। ਵਾਹ ਚਾਚਾ ਜੀ ਵਾਹ ਕਮਾਲ ਕਰ ਛੜਿਆ ਤੂੰ। ਠੀਕ ਹੈ ਜੇ ਪੀਲੀ ਹੈ ਤੇ ਫਿਰ ਉਹ ਗਰਮੀ ਦੀ ਹੈ ਜੇ ਚਿੱਟੀ ਹੈ ਤੇ ਫਿਰ ਉਹ ਬਾਈ ਪਾਤੀ ਦੀ। ਜ਼ਬਰਦਸਤ ਤੇ ਵਾਈਬਾਦੀ ਅਗਰ ਹੋਈ ਹੈ ਤੇ ਫਿਰ ਕੀ ਕਰੀਏ? ਵਾਈਬਾਦੀ ਹੋ ਜਾਂਦੇ ਗਰਮ ਨੁਕਸਾ ਕੋਈ ਇਸਤੇਮਾਲ ਕਰੋ ਵਾਈਬਾਦੀ ਜਾਂ ਫਾਰਾ ਜਿਹਨੂੰ ਅਸੀਂ ਕਹਿੰਦੇ ਆ ਤੇ ਉਹ ਫਿਰ ਅਫਰਾ ਪੀਲੀ ਹੈ ਤੇ ਫਿਰ ਉਹਨੂੰ ਕੋਈ ਤੇਲ ਛੇਲ ਦਿਓ ਠੰਡੀ ਕਰੋ ਠੀਕ ਹੈ। ਤੇ ਜੇ ਵਾਈਬਾਦੀ ਵਾਲੀ ਫਿਰ ਉਹਨੂੰ ਘਿਓ ਛੋੜਾ ਕੋਈ ਗੰਡੇ ਛੰਡੇ ਕੋਈ ਸੋਲ ਦਾ ਟਰੰਪਟਨ ਜਿਹੜਾ ਸਹੀ ਹੈ। ਤੇ ਕੀੜੇ ਅਗਰ ਪਾਈ ਜਾਣ ਉਹਨਾਂ ਨੂੰ ਫਿਰ ਕੀ ਕਰੀਏ? ਢਿੱਡ 'ਚ ਕੀੜੇ ਪੈ ਉਹਨੂੰ ਦਵਾਈ ਦਿਓ ਉਹਨੂੰ ਨੈਲ ਜਾਨ ਵਾਲੀ ਨਹੀਂ ਤੇ ਇੱਕ ਟੀਕਾ ਨਿਕਲਿਆ ਤਾਂ ਉਹਨੂੰ ਟੀਕਾ ਲਵਾ ਉਹ ਟੀਕੇ ਦਾ ਨਾਮ ਹੁੰਦਾ ਮੈਨੂੰ ਨਹੀਂ ਭਾਜੀ। ਠੀਕ ਹੋ ਗਿਆ ਉਂਝ ਦੁਕਾਨ ਤੋਂ ਲੱਭ ਜਾਂਦਾ ਕਈ ਮੈਂ ਸਿਰਫ ਦਵਾਈ ਲਿਆ ਕੇ ਨਾ ਉਥੋਂ ਸਟੋਰ ਤੋਂ ਆਪ ਹੀ ਮੈਂ ਦੇ ਲੈਣੀ ਹੁੰਦੀ ਠੀਕ ਹੈ। ਮੈਨੂੰ ਪਤਾ ਲੱਗ ਜਾਂਦਾ ਕਿ ਇਹ ਡੰਗਰ ਜਿਹੜਾ ਨਾ ਅਸਲੇ ਹੱਥ ਪੋਜੀਸ਼ਨ ਲਿਆ ਨੂੰ ਦਵਾਈ ਦੀ ਲੋੜ ਉਹਨੂੰ ਦਵਾਈ ਦੇ ਲੈਣੀ ਜਿਹਨੂੰ ਨਹੀਂ ਲੋੜ ਉਹਨੂੰ ਨਹੀਂ ਦੇਣੀ। ਤੇ ਉਂਝ ਕਿਸੇ ਮੱਝ ਨੂੰ ਟੱਕ ਲੱਗਿਆ ਕੋਈ ਖੁਦਾ ਨਾ ਹਾਸਾ ਜਿਹੜੀ ਖਲੋ ਜਾਂਦੀ ਹੈ ਪੱਠੇ ਨਹੀਂ ਖਾਂਦੀ? ਬਿਲਕੁਲ ਟੱਕ ਹੋ ਜਾਂਦਾ ਅਕਸਰ ਮੈਨੂੰ ਕਿਹੜੀ ਵਜ੍ਹਾ ਤੋਂ ਹੁੰਦਾ ਜਦੋਂ ਜਾਂ ਸਰਦ ਗਰਮ ਹੋਣਗੇ ਨਾ ਜਿਵੇਂ ਉਸੇ ਮੈਨੂੰ ਟੱਕ ਹੋ ਜਾਂਦਾ ਤੇ ਪੱਠੇ ਨਾ ਖਾਏ ਟੱਕ ਹੋਈਏ ਫੇਰ ਕਰੀਏ ਫਿਰ ਟੱਕ ਹੋ ਜਾਂਦਾ। ਫਿਰ ਉਹਦਾ ਦੇਸੀ ਨੁਕਸਾ ਤੇ ਇਹ ਹੀ ਹੈ ਕਿ ਉਹਨੂੰ ਲੈ ਕੇ ਘਿਓ ਗਰਮ ਕਰਕੇ ਉਹਦਾ ਪੂਰੇ ਵਜੂਦ ਨੂੰ ਸਹੀ ਤਰ੍ਹਾਂ ਕਰਕੇ ਤੇ ਅੱਜ ਕੱਲ੍ਹ ਪੂਰੇ ਵਜੂਦ ਨੇ ਅੱਜ ਕੱਲ੍ਹ ਡਾਕਟਰਾਂ ਕੋਲ ਜਾਂਦੇ ਨੇ ਟੀਕੇ ਠਕਾਉਂਦੇ ਨੇ ਰੁਪਈਆ 1500 2000 ਦਿੰਦੇ ਤੇ ਨੁਕਸਾ ਵੀ ਇਸਤੇਮਾਲ ਕਰ ਲਓ ਉਹਨੂੰ ਦੇਸੀ ਘਿਓ ਗਰਮ ਕਰਕੇ ਉਹਦੀ ਸਾਰੀ ਪਿੱਠ ਨੂੰ ਚੰਗੀ ਤਰ੍ਹਾਂ ਉਹਨੂੰ ਮਾਲਿਸ਼ ਕਰੋ ਮਾਲਿਸ਼ ਕਰਕੇ ਉਹਦੇ ਉੱਤੇ ਕੋਈ ਗਰਮ ਸ਼ਹਿਦ ਦੇ ਕੇ ਲਪੇਟੋ ਆਪੀ ਮੈਨੂੰ ਜਿਸ ਤਰ੍ਹਾਂ ਮੁੜਕਾ ਆਏਗਾ ਗੱਲ ਆਪੀ ਠੀਕ ਹੋ ਜਾਏਗੀ। ਤੇ ਅਗਰ ਜ਼ੋਰ ਨਾ ਸੁੱਟੇ ਔਰ ਆਟਾ ਨਾ ਸੁੱਟੇ ਤੇ ਫਿਰ ਜ਼ੋਰ ਅਗਰ ਨਾ ਸੁੱਟੇ ਤੇ ਕਿੰਨੇ ਦਿਨ ਤੱਕ ਇੰਤਜ਼ਾਰ ਕਰਨਾ ਚਾਹੀਦਾ? ਜ਼ੋਰ ਦਾ 8 ਘੰਟੇ ਦਾ ਟਾਈਮ ਹੈ। 8 ਘੰਟੇ ਦਾ 8 ਘੰਟੇ ਉਹ ਜੇ ਚਾਚਾ ਜੀ ਬਾਅਦ ਬੰਦੇ ਜਾਂਦੇ ਨੇ 3 ਦਿਨ ਵੀ ਉਡੀਕ ਲਓ? ਨਹੀਂ 3 ਦਿਨ ਉਡੀਕਣ ਵਾਲੀ ਗੱਲ ਕੋਈ ਨਹੀਂ ਫਿਰ ਜਿਸ ਦੇ ਅੰਦਰ ਫੈਲੇਗੀ ਨਾ ਫਿਰ ਉਹਦੀ ਮੁਸ਼ਕ ਹੋਈ ਹੈ। ਅੱਛਾ ਉਹ ਗੰਦ ਬਣਦਾ ਜਾਏਗਾ ਉਹਦੀ ਇਹ ਕੋਸ਼ਿਸ਼ ਕਿ ਅਗਰ 8 ਘੰਟਿਆਂ ਦੇ ਵਿੱਚ ਛੋੜ ਛੱਡੀਏ ਤੇ ਠੀਕ ਹੈ ਨਹੀਂ ਤੇ ਕਿਸੇ ਡਾਕਟਰ ਨੂੰ ਬੁਲਾ ਕੇ ਜਿਹੜੀ ਉਹਨਾਂ ਦੇ ਡਿਸਪਲਿਨ ਦੀ ਵੀ ਦਈਏ ਤਾਂ ਉਹ ਵੀ ਉਹਦੇ ਨਾਲ ਵੀ ਛੋੜ ਛੱਡਦੀ ਹੈ। ਡਿਸਪਲਿਨ ਨਹੀਂ ਨਾ ਕਈਆਂ ਨੂੰ ਸਿਖਾਉਂਦੀ। ਹਾਂ ਇਹ ਗੱਲ ਸਹੀ ਹੈ ਡਿਸਪਲਿਨ ਕਿਉਂਕਿ ਉਹ ਪੂਰੇ ਜਿਸਮ ਵਿੱਚ ਵੜ ਜਾਂਦੀ ਖੂਨ ਚ ਵੜ ਜਾਂਦੀ ਬਿਲਕੁਲ ਕਈਆਂ ਡੰਗਰਾਂ ਨੂੰ ਸਿਖਾ ਜਾਂਦੀ ਕਈਆਂ ਨੂੰ ਨਹੀਂ ਸਿਖਾਉਂਦੀ। ਤੇ ਅਗਰ ਸੂਈ ਮੱਝ ਜਿਹੜੀ ਹੁੰਦੀ ਉਹਦਾ ਜਿਸਮ ਕਮਜ਼ੋਰ ਹੋ ਗਿਆ ਹੁੰਦਾ ਉਹ ਤੇ ਤਰੇਲ ਪਾਈਏ ਤੇ ਨਹੀਂ ਉਹਨੂੰ ਤਰੇਲ ਤੋਂ ਬਚਾਉਣਾ ਪੈਂਦਾ ਉਹ ਚੋਂ ਬਚਾਉਣਾ ਬੱਦਲ ਪਾਈਏ ਤੇ ਬੱਦਲ ਤੋਂ ਵੀ ਬਚਾਉਣਾ ਉਹਨੂੰ ਤਰੇਲ ਤੋਂ ਵੀ ਬਚਾਉਣਾ ਭਾਵੇਂ ਸਰਦੀਆਂ ਨੇ ਭਾਵੇਂ ਗਰਮੀਆਂ ਨੇ ਭਾਵੇਂ ਸਰਦੀਆਂ।
ਠੀਕ ਹੋ ਗਿਆ। ਤੇ ਜਿਹੜੀਆਂ ਅੱਟਾਂ ਤੁਸੀਂ ਦੱਸਣ ਡੇ ਹੋ, ਅੱਟਾਂ ਅਗਰ ਨਾ ਸੁੱਟੇ ਟਾਈਮ ਨਾਲ ਤੇ ਉਹ ਅੱਟਾਂ ਦਾ ਕਿੰਨਾ ਅਰਸਾ ਜੇ 10 ਦਿਨ 15 ਦਿਨ ਕਿੰਨੇ 14 ਦਿਨਾਂ ਤੋਂ ਲੱਗ ਗਏ ਨੇ ਤੇ 22 ਦਿਨਾਂ ਤੱਕ ਇਹਦੇ ਵਿੱਚ ਸੁੱਟਣੀਆਂ ਚਾਹੀਦੀਆਂ ਨੇ? ਸੁੱਟਣੀਆਂ ਚਾਹੀਦੀਆਂ, ਉਹ ਸਟਾੜੀਆਂ ਵੀ ਚਾਹੀਦੀਆਂ ਨੇ। ਨਾ ਸੁੱਟੇ ਤੇ ਕੀ ਨਾ ਦਈਏ? ਸੁੱਟੇ ਤੇ ਫਿਰ ਉਹ ਦੇਖੋ ਜੀ, ਆ ਗਰਮੀ ਵਾਲੀ ਫਿਰ ਉਹਨੂੰ ਠੰਡੀ ਚੀਜ਼ ਦਿਓ, ਹਾਂ ਜੇ ਗਰਮ ਠੰਡੀ ਹੈ ਤੇ ਫਿਰ ਉਹਨੂੰ ਗਰਮ ਚੀਜ਼ ਦਿਓ। ਦੋ ਮਗਰ ਕੀੜੀ ਲੱਗ ਜਾਏ ਜਾਂ ਕੱਟ ਕੱਤੇ ਜਾਂ ਸਿੰਗ ਜਿਹੜਾ ਉਹ ਕਿਸੇ ਸ਼ੈ 'ਚ ਫਸਾ ਕੇ ਜਾਂ ਆਪਸ 'ਚ ਭੇੜ ਕੇ ਲਾ ਲੈਣ, ਜ਼ਖਮ ਹੋਈਏ ਤੇ ਕੀ ਕਰੀਏ? ਮਤਲਬ ਉਹਦੇ ਤੇ ਅਸੀਂ ਤੇ ਦੇਸੀ ਨੁਸਖਾ ਕਰਨੇ, ਉਹਦੇ ਤੇ ਵਾਲ ਤੇ ਕਾਲਾ ਤੇਲ ਜਿਹੜਾ ਨਾ ਗੜਕਾ ਕੇ ਚੰਗੀ ਤਰ੍ਹਾਂ ਜੀ ਗਰਮ ਕਰਕੇ ਉਹ ਤੋਂ ਵਾਲ ਲੈ ਕੇ ਤੋਂ ਬੰਨ ਛੱਡੀਦਾ, ਹੂੰ। ਫਿਰ ਉਹਦੇ ਤੇਲ ਪਾਈਦਾ, ਫਿਰ ਇਹ 20 ਦਿਨਾਂ ਤੱਕ ਜਿਹੜਾ ਨਾ ਉਹ ਗੂੜਾ ਆ ਜਾਂਦਾ। ਇੱਕ ਬੜਾ ਹੀ ਅਹਿਮ ਮਸਲਾ ਜੇ ਚਾਚੂ ਜੀ, ਬੜਾ ਹੀ ਅਹਿਮ। ਲੋਕੀ ਕਹਿੰਦੇ ਨੇ ਸਾਡੇ ਡੰਗਰ ਨਵੇਂ ਨਹੀਂ ਹੁੰਦੇ, ਬਣਦੇ ਨਹੀਂ, ਭਾਜੀ ਬੋਲਦੇ ਨਹੀਂ, ਪਹਿਲੇ ਹੀਟ 'ਚ ਨਹੀਂ ਆਉਂਦੇ, ਅਗਰ ਆ ਜਾਣ ਤਾਂ ਫਿਰ ਬਣਦੇ ਨਹੀਂ, ਬਣ ਜਾਂਦੇ ਖਲੋਂਦੇ ਨਹੀਂ। ਭਾਜੀ ਗੱਲ ਦੱਸਾਂ ਕੀ ਹੈ? ਜੀ ਅਸਲ ਅਸੀਂ ਤਵੱਜੋ ਨਹੀਂ ਕਰਦੇ। ਹੂੰ ਡੰਗਰ ਜਿਹਦੇ ਧਾਰਾਂ ਟੋਕੇ ਕਰਦਾ ਨਾ, ਤਾਰ ਕਰਦਾ, ਉਹ ਜਿਹੜਾ ਮਾਲਕ ਚੋਣ ਵਾਲਾ ਉਹਨੂੰ ਇਸ ਚੀਜ਼ ਦੀ ਖਬਰ ਹੋਣੀ ਚਾਹੀਦੀ ਕਿ ਮੇਰੇ ਡੰਗਰ 'ਚ ਹੁਣ ਇਹ ਜਿਹੜੀ ਨਾ ਇਹਨੇ ਡੋਕੇ ਛੱਡੇ ਨੇ। ਡੋਕੇ ਬਾਜ਼ਕਾਤ ਲੋਕਾਂ ਨੂੰ ਨਹੀਂ ਪਤਾ ਹੁੰਦਾ ਡੋਕੇ ਕੀ ਨੇ। ਡੋਕੇ ਜਿਹੜੇ ਥਣਾ 'ਚ ਧਾਰਾਂ ਪਾਉਂਦੇ ਡੰਗਰ, ਅੱਛਾ ਠੀਕ ਹੈ ਨੀ, ਸਮਝੋ ਕਿ ਇਹ ਡੰਗਰ ਨੇ ਜਿਹੜਾ ਨਾ। ਠੀਕ ਹੋ ਗਿਆ। ਨਹੀਂ ਧਾਰਾਂ ਪਾਉਣ ਨੂੰ ਡੋਕੇ ਆਮ ਲੋਕ ਕਿਹਾ ਜਾਂਦਾ, ਜਿਹੜੇ ਨਵੇਂ ਬੰਦਿਆਂ ਵਾਸਤੇ ਕਲੀਅਰ ਹੋ ਗਿਆ। ਬਿਲਕੁਲ। ਅੱਛਾ, ਤੇ ਉਹ ਪਤਾ ਚੱਲ ਜਾਂਦਾ ਵੀ ਇਹ ਹੁਣ ਬਿਲਕੁਲ ਬੋਲ ਪਈਏ। ਇਹਨੇ ਬੋਲਣਾ, ਅੱਜ ਬੋਲੇਗੀ ਜਾਂ ਸ਼ਾਮੀ ਸ਼ਾਮੀ ਬੋਲੇਗੀ, ਬੋਲੇਗੀ, ਠੀਕ ਹੈ, ਪਰ ਉਹਦੇ ਧਿਆਨ ਰੱਖਣਾ ਪੈਂਦਾ। ਸਹੀ ਹੈ। ਟਾਈਮੋ ਟਾਈਮ ਅਗਰ ਉਹਨੂੰ ਤੁਸੀਂ ਨਵਾਂ ਕਰਾ ਲਿਆ, ਬਿਲਕੁਲ ਸਹੀ ਹੈ। ਬਿਲਕੁਲ। ਉਂਝ ਮੱਝ ਸੂਣ ਤੋਂ ਬਾਅਦ ਕਿੰਨੇ ਮਹੀਨਿਆਂ ਤੱਕ ਯਾਨੀ ਘੱਟ ਤੋਂ ਘੱਟ ਉਹਨੂੰ ਹੁਣ ਬੋਲਣਾ ਚਾਹੀਦਾ ਹੈ? ਕਮ ਸੇ ਕਮ ਜ਼ਿਆਦਾ ਤੋਂ ਜ਼ਿਆਦਾ 3 ਮਹੀਨਿਆਂ ਤੋਂ ਬਾਅਦ ਮੈਨੂੰ ਬੋਲ ਪੈਣਾ ਚਾਹੀਦਾ। ਸਹੀ ਹੈ। ਅਗਰ ਨਹੀਂ ਬੋਲਦੀ ਸਮਝ ਲਓ ਕੰਮ ਖਰਾਬ ਹੈ। ਨਹੀਂ, ਜੇ ਬੋਲਦੀ ਤੇ ਦੇਖ ਲਓ, ਕੋਈ ਗੱਲ ਨਹੀਂ। ਕੋਈ ਮੌਸਮ ਵੀ ਫਿਰ ਇਸ ਤਰ੍ਹਾਂ ਦਾ ਹੁੰਦਾ ਨਾ, ਹੂੰ ਤੇ ਫਿਰ ਮੌਸਮ ਵਿੱਚ ਆਣ ਕੇ ਮਈਆਂ ਕਈ ਬੋਲਦੀਆਂ ਨੇ, ਕਈ ਬੋਲ ਪੈਂਦੀਆਂ ਨੇ। ਸਹੀ ਹੋ ਗਿਆ। ਆਖਰ ਤੇ ਸਾਨੂੰ ਇਹ ਦੱਸਿਓ ਕਿ ਅਗਰ ਖੁਦਾ ਨਾ ਖਾਸਤਾ ਮੱਝ ਕੋਈ ਛਾਪਰ ਖਾਈਏ, ਕੋਈ ਲੱਕੜੀ ਖਾਈਏ, ਕੋਈ ਕਿੱਲ ਅੰਦਰ ਲੰਘਾਈਏ, ਉਹਦਾ ਫਿਰ ਕੀ ਇਲਾਜ ਕਰੀਏ? ਉਹਦਾ ਭਾਜੀ ਕੋਈ ਇਲਾਜ ਨਹੀਂ, ਉਹਦਾ ਡਾਕਟਰ ਵੀ ਇਲਾਜ ਨਹੀਂ ਕਰ ਸਕਦਾ। ਲੇਕਿਨ ਕਿਹੜੀ ਸ਼ੈ ਦਈਏ ਕਿ ਉਹ ਸ਼ੈਵਾਂ ਅੰਦਰ ਗਲ ਜਾਣ ਜਾਂ ਬਾਹਰ ਆ ਜਾਣ? ਇਹ ਨਾ ਕਿੱਲ ਗੱਲ ਹੈ ਤੇ ਨਾ ਛਾਪਰ ਗੱਲ। ਕਿੱਲ ਤੇ ਕਹਿੰਦੇ ਨੇ ਗਲ ਜਾਂਦਾ, ਫੱਟੀ ਦੇ ਤੇ ਲੱਕੜੀ ਦਾ ਐਡਾ ਮਸਲਾ ਨਹੀਂ ਹੁੰਦਾ, ਛਾਪਰ ਤਾਂ ਨਹੀਂ ਗਲਦਾ। ਛਾਪਰ ਨਹੀਂ ਗੱਲ। ਹਾਂ ਠੀਕ ਹੈ। ਤੇ ਉਹ ਫਿਰ ਕੋਈ ਉਹਦਾ ਇਲਾਜ ਨਹੀਂ? ਨਹੀਂ, ਉਹਦਾ ਛਾਪਰ ਦਾ ਕੋਈ ਇਲਾਜ ਨਹੀਂ। ਉਹ ਫਿਰ ਇਹ ਹੀ ਹੈ ਕਿ ਕੋਈ ਸ਼ੈ ਉਹਨੂੰ ਦਈਏ ਜਿਹੜਾ ਮਿਹਦੇ ਚੋਂ ਗਲ ਕੇ ਸਾਰਾ ਕੋਈ ਬਾਹਰ ਆਏ। ਆਹ ਗਲ ਗੁਲ ਕੇ ਜਿਹੜਾ ਨਾ ਬਾਹਰ ਆ ਜਦੋਂ ਹੈ, ਹੋਰ ਇਹਦਾ ਛਾਪਰ ਦਾ ਕੋਈ ਇਲਾਜ ਨਹੀਂ। ਤੇ ਕਬਜ਼ ਹੋਈਏ ਮੱਝ ਨੂੰ ਤੇ ਕਬਜ਼ ਹੋ ਜਾਏ ਤੇ ਉਹਨੂੰ ਮਿੱਠੇ ਸੌਂਫ ਦਿਓ। ਠੀਕ ਹੈ। ਠੀਕ ਹੈ। ਤੇ ਅਗਰ ਵਾਹ ਲੱਗ ਜਾਣ? ਵਾਹ ਲੱਗ ਜਾਏ ਫਿਰ ਕੋਲੇ ਸੌਂਫ ਦਿਓ ਉਹਨੂੰ। ਠੀਕ ਹੋ ਗਿਆ। ਯਾਨੀ ਇਹ ਉਹਦਾ ਇਲਾਜ। ਇਲਾਜ ਜ਼ਬਰਦਸਤ ਚਾਚੂ ਜੀ, ਤੁਸੀਂ ਬੜੇ ਹੀ ਮੁਫੀਦ ਗੱਲਾਂ ਦੱਸੀਆਂ ਨੇ। ਤੁਹਾਡੀਆਂ ਗੱਲਾਂ ਉਮੀਦ ਹੈ ਕਿ ਸਦਕਾ ਜਾਰੀਆਂ ਬਣਨਗੀਆਂ। ਅਗਰ ਕਿਸੇ ਦੀ ਮੱਝ ਵੱਜ ਜਾਂਦੀ ਹੈ, ਅੱਛਾ ਐਂਡ ਦੇ ਇੱਕ ਮਸਲਾ ਰਹਿ ਗਿਆ, ਪਿੱਛਾ ਜਿਹੜੀਆਂ ਮਾਰਦੀਆਂ ਨੇ ਮੱਝਾਂ। ਭਾਜੀ ਗੱਲ ਇਸ ਤਰ੍ਹਾਂ ਜਿਹੜੀਆਂ ਮਈਆਂ ਪਿੱਛਾ ਮਾਰਦੀਆਂ ਨੇ, ਕੁਛ ਉਹਨਾਂ 'ਚ ਮਾਲਕ ਦੀ ਪੇਟ ਤੇ ਹੱਥੀ ਹੋ ਜਾਂਦੀ ਹੈ, ਉਹਦੇ ਟੀਕੇ ਵੀ ਨਿਕਲੇ ਨੇ ਪਿੱਛੇ ਵਾਲੇ। ਹੂੰ ਠੀਕ ਹੈ ਨੀ, ਤੇ ਭਾਜੀ ਮੈਂ ਜਿਹੜੇ ਮਾਰਦੇ ਕੋਈ ਤਿਆਤ ਉਹਨਾਂ ਦੀ ਕਰਨੀ ਪੈਂਦੀ ਹੈ, ਜਾਂ ਟੀਕਾ ਕਿਸੇ ਡਾਕਟਰ ਚੰਗੇ ਨਾਲ ਮਸ਼ਵਰਾ ਕਰੋ। ਠੀਕ ਹੈ ਨੀ, ਉਹ ਡਾਕਟਰ ਨਾਲ ਮਸ਼ਵਰਾ ਕਰੋ ਕਿ ਉਹ ਦੇਖੇਗਾ ਕਿ ਬਾਈ ਨਾ ਮਾਰਦੀ ਹੈ ਜਾਂ ਗਰਮੀ ਨਾਲ ਮਾਰਦੀ ਹੈ। ਹੂੰ ਠੀਕ ਹੈ ਨੀ, ਉਹਦੇ 'ਚ ਹੈ ਕਿ ਜਿਹੜੀ ਗਰਮੀ ਵਾਲੀ ਨਾ ਉਹਨੂੰ ਜਿਹੜਾ ਬਚਾਓ, ਹੂੰ ਧੁੱਪ ਛੁੱਪ ਕੋਲ ਗਰਮੀ ਕੋਲੋਂ, ਜਿਹੜੀ ਬਾਈ ਨਾਲ ਉਹਨੂੰ ਗੁੜ ਛੋੜ ਕੇ ਉਹ ਕਿਤੇ ਨਹੀਂ ਮਾਰੇਗੀ। ਸਾਡੇ ਆ ਝੋਟੀ ਦੇ ਪਿਛਲੇ ਸੂਏ ਨੇ ਤੁੰਨ ਕੇ ਪਿੱਛਾ ਮਾਰਿਆ। ਐਤੀ ਮੈਂ ਆਖਿਆ ਇਹਨੂੰ ਬਿਲਕੁਲ ਕੋਈ ਸ਼ੈ ਨਾ ਪਾ, ਇਹਨੂੰ ਪੱਠੇ ਪਾ ਸਰਿਆਂ ਦੇ, ਹੂੰ ਉਹ ਮੈਂ ਠੰਡੀ ਰਹੀ ਹੈ। ਐਤੀ ਅੱਲਾ ਖੈਰ ਕਰੇ, ਉਹਨੇ ਕਿਤੇ ਦੱਸਿਆ ਵੀ ਨਹੀਂ। ਮੈਂ ਇਹਨੂੰ ਗਰਮ ਚੀਜ਼ ਨਾਲ ਦੱਸੀ ਮਾਸਾ ਵੀ। ਕੀ ਬਾਤ, ਕੀ ਬਾਤ। ਮੈਂ ਇਹਨੂੰ ਕੋੜੀ ਖਾਲ ਪਹਾੜੇ ਕਰ ਤੇ ਚੋਕਰ ਥੋੜਾ ਜਿਹਾ ਪਹਾੜੇ ਕਰ ਤੇ ਪਕਾਇਆ ਜਿਹੜਾ ਇਹਨਾਂ ਨੇ ਸਰਿਆਂ ਵਾਲੇ ਪੱਠੇ ਪਾ। ਸਹੀ ਹੋ ਗਿਆ। ਠੀਕ ਹੈ। ਬਹੁਤ ਸ਼ੁਕਰੀਆ ਚਾਚੂ ਸ਼ਬੀਰ ਸਾਹਿਬ, ਤੁਹਾਡੀ ਗੁਫ਼ਤਗੂ ਉਮੀਦ ਹੈ ਕਿ ਸਦਕਾ ਜਾਰੀਆ ਬਣੇਗੀ। ਅਗਰ ਕਿਸੇ ਇੱਕ ਬੰਦੇ ਦੇ ਵੀ ਕੰਮ ਆ ਗਈ ਤੇ ਤੁਹਾਡੇ ਵਾਸਤੇ ਸਵਾਬ ਦੇ ਬਾਇਸ ਬਣੇਗੀ। ਬਹੁਤ ਸ਼ੁਕਰੀਆ ਜੀ। ਅਸਲਾਮ ਅਲੈਕੁਮ।